ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਗੁਰਦੁਆਰਾ ਸਾਹਿਬ, ਇਹ ਜਗ੍ਹਾ ਦੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਗੁਰਦੁਆਰਾ ਸਿਮਰਨਸਰ ਸਾਹਿਬ ਹੈ। ਇਹ ਪਾਵਨ ਅਸਥਾਨ ਡਰੋਲੀ ਭਾਈ ਪਿੰਡ ਤੋਂ 1 ਕਿਲੋਮੀਟਰ ਬਾਹਰ ਵਾਲੇ ਪਾਸੇ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਬਾਬਾ ਸਾਈਂ ਦਾਸ ਜੀ ਖੇਤਾਂ ਦੇ ਖੇਤ ਸਨ। ਇਹ ਬਾਬਾ ਸਾਈਂ ਦਾਸ ਜੀ ਦੇ ਖੇਤ ਸਨ ਅਤੇ ਇਸ ਪਾਵਨ ਅਸਥਾਨ 'ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਸਤ ਸੰਗਤ ਦੀਵਾਨ ਸਜਦੇ, ਸਿੱਖ ਸੰਗਤਾਂ ਸੇਵਕ ਨਾਮ ਸਿਮਰਨ ਅਭਿਆਸ 'ਚ ਜੁੜਦੇ। ਇੱਥੇ ਹੀ ਪਾਣੀ ਦੀ ਕੁਦਰਤੀ ਢਾਬ, ਜਿਹਨੂੰ ਢਾਬਸਰ ਵੀ ਕਹਿੰਦੇ ਨੇ, ਦੇ ਕੰਢੇ ਗੁਰੂ ਜੀ ਦੀ ਫੌਜ ਦਾ ਉਤਾਰਾ ਸੀ। ਛਾਉਣੀ ਸਾਹਿਬ ਗੁਰੂ ਕੀ ਫੌਜ ਦੇ 3000 ਘੋੜਿਆਂ ਲਈ ਪਾਣੀ ਇਸ ਢਾਬ ਤੋਂ ਹੀ ਵਰਤਿਆ ਜਾਂਦਾ। ਇੱਥੇ ਹੀ ਗੁਰੂ ਕੀ ਫੌਜ ਦਾ ਸਿੱਖੀ ਦਾ ਸਭ ਤੋਂ ਪਹਿਲਾ ਸੈਨਿਕ ਸਿਖਲਾਈ ਸਕੂਲ, ਜਿੱਥੇ ਗੁਰੂ ਕੀ ਫੌਜ ਤੇ ਖੁਦ ਗੁਰੂ ਜੀ ਸ਼ਸਤਰ ਵਿੱਦਿਆ ਸਿੱਖਦੇ। ਇੱਥੇ ਹੀ ਗੁਰੂ ਜੀ ਵੱਲੋਂ ਬਣਾਇਆ ਗਿਆ ਖੂਹ ਸਾਹਿਬ ਹੈ। ਪਿੰਡ ਦੇ ਹਰ ਵਾਰ ਆ ਕੇ ਇਸ ਖੂਹ ਤੋਂ ਇਸ਼ਨਾਨ ਕਰਦੇ। ਸਿੱਖ ਯੋਧੇ ਵੀ ਇੱਥੋਂ ਇਸ਼ਨਾਨ ਕਰਦੇ ਤੇ ਲੰਗਰ ਵਾਸਤੇ ਪਾਣੀ ਵਰਤਦੇ। ਇੱਥੇ ਹੀ ਗੁਰੂ ਜੀ ਨੇ ਇੱਕ ਦੈਂਤ ਦਿਓ ਨੂੰ ਸਿੱਖੀ ਦਾਤ ਬਖਸ਼ਿਸ਼ ਕਰਕੇ ਉਧਾਰ ਕੀਤਾ, ਜਿੱਥੇ ਹੁਣ ਉਧਾਰ ਸਾਹਿਬ ਅਸਥਾਨ ਹੈ। ਇੱਥੇ ਹੀ ਮੌਜੂਦ ਇਤਿਹਾਸਕ ਬੇਰ ਸਾਹਿਬ ਵੀ ਹੈ, ਜਿਸ ਥੱਲੇ 6ਵੇਂ ਗੁਰੂ ਜੀ ਕਈ ਵਾਰ ਗਰਮੀ ਦੇ ਦਿਨਾਂ ਵਿੱਚ ਬਿਰਾਜਮਾਨ ਹੋ ਕੇ ਦਰਸ਼ਨ ਦੀਦਾਰ ਤੇ ਉਪਦੇਸ਼ ਬਖਸ਼ਿਸ਼ ਕਰਦੇ। ਇੱਥੇ ਸਜੇ ਸਤਸੰਗਤ ਦੀਵਾਨ 'ਚ ਹਾਜ਼ਰ ਹੋ ਕੇ ਅਰਦਾਸ ਕਰਨ ਤੇ ਇੱਥੋਂ ਨਜ਼ਦੀਕ ਪੈਂਦੇ ਪਿੰਡ ਵੱਡਾ ਘਰ ਦੇ ਵਸਨੀਕ ਭਾਈ ਆਕਲ ਜੀ ਦੀ ਸਪੁੱਤਰੀ ਬੀਬੀ ਸੂਰਤੀ ਜੀ ਦੇ ਮੱਥੇ ਦੇ ਲੇਖ ਬਦਲੇ। ਉਸ ਦੇ ਪਤੀ ਸਾਧੂ ਜੀ ਨੂੰ ਸਿੱਖੀ ਬਖਸ਼ਿਸ਼ ਕੀਤੀ। ਭਾਈ ਸਾਧੂ ਜੀ ਤੇ ਬੀਬੀ ਸੂਰਤੀ ਜੀ ਦੇ ਘਰ ਮਹਾਨ ਸਿੱਖ ਪੁੱਤਰ ਦੇ ਜਨਮ ਦਾ ਵਰ ਬਖਸ਼ਿਸ਼ ਕੀਤਾ। ਜਦੋਂ ਬੀਬੀ ਸੂਰਤੀ ਜੀ ਦੇ ਪਤੀ ਨੂੰ ਸਿੱਖੀ ਦੀ ਦਾਤ ਮਿਲੀ, ਸੂਰਤੀ ਜੀ ਦੀ ਅਰਦਾਸ ਪੂਰੀ ਹੋਈ ਤਾਂ ਪਰਉਪਕਾਰੀ ਬਿਰਤੀ ਬਸ ਬੇਨਤੀ ਕਰਨ ਲੱਗੀ ਕਿ ਸਤਿਗੁਰੂ, ਜਿਵੇਂ ਮੇਰੀ ਨਿਮਾਣੀ ਦੀ ਆਸ ਪੂਰੀ ਹੋਈ ਹੈ, ਮੂੰਹ ਮੰਗੀ ਦਾਤ ਬਖਸ਼ਿਸ਼ ਕੀਤੀ ਹੈ, ਮਿਹਰ ਕਰੋ ਆਪ ਜੀ ਇਸ ਦਰ ਘਰ। ਸਿਮਰਨਸਰ ਤੋਂ ਕੋਈ ਵੀ ਦੁਖੀ ਜਾਚਕ ਦਾਸ ਨਿਰਾਸ਼ ਨਾ ਜਾਵੇ। ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਜਿਵੇਂ ਕਿ ਆਕਲ ਸੁਤਾ ਜਾਂ ਪੂਰਵੀ ਆਸ, ਅਵਰਨ ਹਿਤ ਕਹਿ ਅਰਦਾਸ। ਹੇ ਪ੍ਰਭ ਜਸ ਮੋਹ ਕਉ ਬਰਦੀਨ, ਮੋਹਿ ਮੰਗਾ ਫਲ ਬਖਸ਼ਿਸ਼ ਕੀਨ। ਅਪਰ ਭੀ ਜੋ ਆਵਹਿ ਇਹ ਦਰ, ਮਨ ਬਾਂਛਤ ਫਲ ਪਾਏ ਅਗ ਹਰ। ਜਾਚਕ ਕੋ ਨਾ ਜਾਏ ਨਿਰਾਸ਼, ਪੁਰਵਹਿ ਦਾਸਨ ਕੇਰੀ ਆਸ। ਇਹ ਸੁਣ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਖੁਸ਼ ਹੋ ਕੇ ਅੰਮ੍ਰਿਤ ਬਚਨ ਫਰਮਾਏ ਕਿ ਬੇਟਾ ਸੂਰਤੀ, ਸਿੱਖ ਹਮੇਸ਼ਾ ਪਰਉਪਕਾਰੀ ਹੁੰਦਾ ਹੈ, ਦੂਜਿਆਂ ਦੇ ਭਲੇ ਹਿੱਤ ਸੋਚਦਾ ਹੈ ਤੇ ਉੱਦਮ ਕਰਦਾ ਹੈ। ਪਰ ਤੈਨੂੰ ਇਹ ਦਾਤ ਬਸ ਹੁਣ ਇੱਕ ਵਾਰੀ ਆਉਣ ਕਰਕੇ ਹੀ ਨਹੀਂ ਮਿਲੀ। ਤੇਰੇ ਪਿਤਾ ਤੇ ਤੂੰ ਚਿਰਕਾਲ ਤੋਂ ਗੁਰਸਿੱਖੀ ਜੀਵਨ ਕਮਾ ਰਹੇ ਹੋ। ਜੋ ਤੁਹਾਡੇ ਵਾਂਗ ਕਬਰਾਂ ਮੜੀਆਂ ਮੱਟੀਆਂ ਦੀ ਪੂਜਾ ਛੱਡ ਕੇ ਨਸ਼ੇ ਤਿਆਗ ਕੇ ਗੁਰਮਤ ਦਾ ਧਾਰਨੀ ਬਣੇ, ਤਨ ਮਨ ਧਨ ਕਰਕੇ ਗੁਰੂ ਨਮਿਤ ਦਸਵੰਧ ਦੀ ਸੇਵਾ ਕਰੇ, ਨਾਮ ਸਿਮਰਨ ਤੇ ਸਤਸੰਗਤ ਰੂਪ ਸਰੋਵਰ ਵਿੱਚ ਇਸ਼ਨਾਨ ਕਰੇ। ਤੇਰੇ ਵਾਂਗ ਗੁਰਸਿੱਖੀ ਧਾਰਨ ਕਰ ਨਿਮਰ ਭਾਵ ਵਿੱਚ ਸ਼ਰਧਾ ਸਹਿਤ ਇਸ ਅਸਥਾਨ 'ਤੇ ਆ ਕੇ ਮਰਿਆਦਾ ਪੂਰਵਕ ਦੇ ਕਰਵਾ ਕੇ ਅਰਦਾਸ ਕਰੇ। ਗੁਰੂ ਉਸਨੂੰ ਨਾਮ ਦਾਤ ਤੇ ਸਿੰਘ ਸ਼ੇਰ ਬਣਾਉਣਗੇ ਤਾਂ ਦੁਖੀ ਮੁਸੀਬਤਾਂ ਰੂਪੀ ਗਿੱਦੜ ਸੁੱਤੇ ਸਿੱਧ ਦੌੜ ਜਾਣਗੇ। ਆਸਾਂ ਪੂਰੀਆਂ ਹੋਣਗੀਆਂ ਤੇ ਮਨ ਵਾਂਛਤ ਫਲ ਪ੍ਰਾਪਤ ਹੋਣਗੇ, ਅਥਵਾ ਜੀਵਨ ਮੁਕਤੀ ਅਵਸਥਾ ਪ੍ਰਾਪਤ ਹੋਵੇਗੀ। ਸੁਨ ਸ਼੍ਰੀ ਹਰਗੋਬਿੰਦ ਹਰਖਾਏ, ਅੰਮ੍ਰਿਤ ਬਚ ਸ਼੍ਰੀ ਮੁਖੋਂ ਅਲਾਏ। ਅੰਮ੍ਰਿਤ ਬਚ ਸ਼੍ਰੀ ਮੁਖੋਂ ਅਲਾਏ, ਆਕਲ ਬਰ ਗੁਰਮਤਿ ਕਮਾਏ। ਕਬਰ ਮੜੀ ਮਟ ਨਹਿ ਪੁਜਾਏ, ਗੁਰਹਿਤ ਦੇ ਦਸਵੰਧ ਬਣਾਏ। ਕਰ ਸੇਵਾ ਸ਼੍ਰੀ ਗੁਰੂ ਰਿਝਾਏ, ਤੇਰੇ ਸਮਝੋ ਇਹ ਠਾਂ ਆਏ। ਸਤਸੰਗਤ ਸਿਮਰਨਸਰ ਨਾਏ, ਦੇਗ ਭੇਟ ਅਰਦਾਸ ਕਰਾਏ। ਪੁਨਹਿ ਆਸ ਬੰਛਤ ਫਲ ਪਾਏ, ਦੇ ਗੁਰ ਨਾਮ ਸਿੰਘ ਜਪ ਕਰੈ।
ਜੰਬਕ ਵਤ ਦੁਖ ਸੰਕਟ ਟਰੈ। ਇੰਜ ਧੰਨ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਬਚਨਾਂ ਦੇ ਫਲਸਰੂਪ ਹੁਣ ਵੀ ਰੋਜ਼ਾਨਾ ਬੇਅੰਤ ਸੰਗਤਾਂ ਇਸ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸਿਮਰਨਸਰ ਸਾਹਿਬ ਵਿਖੇ ਆ ਕੇ ਸੇਵਾ ਸਿਮਰਨ ਤੇ ਅਰਦਾਸ ਕਰਕੇ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਕੇ ਜਾਂਦੀਆਂ ਹਨ। ਜਦੋਂ ਇੱਥੋਂ ਸਿਮਰਨਸਰ ਅਸਥਾਨ ਡਰੋਲੀ ਭਾਈ ਤੋਂ ਸਿੱਖ ਦਾਤ ਪਾ ਕੇ ਘਰ ਪੁੱਜੇ, ਭਾਈ ਸਾਧੂ ਜੀ ਨੇ ਕਬਰ ਨੂੰ ਮੱਥਾ ਨਾ ਟੇਕਿਆ ਸਗੋਂ ਢਾਹ ਦਿੱਤੀ ਤਾਂ ਭਾਈ ਸਾਧੂ ਜੀ ਦੇ ਪਿਤਾ ਸਾਦਾ ਜੀ ਨੇ ਪੁੱਛਿਆ ਕਿ ਕੁਝ ਪਲ ਗੁਰੂ ਕੋਲ ਜਾ ਕੇ ਤੇਰੀ ਮੱਤ ਕਿਵੇਂ ਬਦਲੀ? ਉੱਥੋਂ ਤੈਨੂੰ ਕੀ ਮਿਲਿਆ? ਉੱਥੇ ਕੀ ਹੈ ਤੇ ਉੱਥੇ ਕੀ ਮਿਲਦਾ ਹੈ? ਤਾਂ ਭਾਈ ਸਾਧੂ ਜੀ ਨੇ ਆਖਿਆ, ਪਿਤਾ ਜੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦੇ ਪਾਵਨ ਸ੍ਰੀ ਦਰਬਾਰ ਸਾਹਿਬ ਯਾਨੀ ਕਿ ਸਿਮਰਨਸਰ ਡਰੋਲੀ ਭਾਈ ਵਿਖੇ ਬਿਰਾਜਮਾਨ ਹੋ ਕੇ ਸਭ ਬਰਕਤਾਂ ਬਖਸ਼ਿਸ਼ਾਂ ਵਰਤਾ ਕੇ ਲੋਕ ਪਰਲੋਕ ਸਵਾਰਦੇ ਹਨ। ਸ਼ਬਦ ਦਾਤ ਬਖਸ਼ ਕੇ ਜੀਵਨ ਦਾਨ ਦਿੰਦੇ ਹਨ। ਭਾਈ ਸਾਧੂ ਜੀ ਆਪਣੇ ਪਿਤਾ ਸਾਦਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਸ੍ਰੀ ਦਰਬਾਰ ਸਿਮਰਨਸਰ ਸਾਹਿਬ ਦੀ ਸਿਫਤ ਦੱਸਦੇ ਹਨ। ਸਾਹਿਬ ਮੇਰੀ ਪੀਰੀ ਬੰਦੀ ਛੋੜ ਹਰਗੋਬਿੰਦ ਗੁਰੂ ਬਸਤ ਡਰੋਲੀ ਜੋ ਬਿਦਤ ਗੁਰੂ ਘਰ ਹੈ। ਸਾਹਿਬ ਮੇਰੀ ਪੀਰੀ ਬੰਦੀ ਛੋੜ ਹਰਗੋਬਿੰਦ ਗੁਰੂ ਬਸਤ ਡਰੋਲੀ ਜੋ ਬਿਦਤ ਗੁਰ ਘਰ ਹੈ। ਸੇਵਾਉ ਖੁਸ਼ ਹੋਏ ਤਨ ਮਨ ਧਨ ਦੇਵਉ ਕਰੈ। ਸੇਵਾ ਔ ਪ੍ਰੇਮ ਬਸੀ ਦਾਸਨ ਕੀ ਧਰ ਹੈ। ਗੋਰ ਮੜੀ ਮੱਟੀ ਪੂਜੋਂ ਠਾਕ ਅੰਧਕਾਰੋਂ ਕੱਢ। ਸ਼ਬਦ ਗਿਆਨ ਰਿਦ ਅੰਤਰ ਸੋ ਭਰ ਹੈ। ਰਿੱਧ ਸਿੱਧ ਦੂਧ ਸੁਤ ਭੋਗ ਮੋਖ ਦਾਤ ਦੇਈ। ਲਗਵਾਏ ਤਾਰੀ ਨਾਮ ਸਿਮਰਨਸਰ ਹੈ। ਦੇ ਗੁਰੂ ਨਾਮ ਸਿੰਘ ਜੰਬਕਾਂ ਦੇ ਤਾਈ ਕਰ। ਤਾਰੈ ਭਵਸਰ ਗੁਰ ਬਿਨ ਜੋ ਦੁਤਰ ਹੈ। ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ 3000 ਘੋੜ ਸਵਾਰ ਯੋਧਿਆਂ, ਫੌਜਾਂ, ਜਰਨੈਲਾਂ ਤੇ ਪਰਿਵਾਰ ਸਮੇਤ ਡਰੋਲੀ ਭਾਈ ਵਿਖੇ 3 ਵਾਰ ਆਪਣੇ ਮੁਬਾਰਕ ਚਰਨ ਪਾ ਕੇ ਇਸ ਧਰਤੀ ਨੂੰ ਬੇਅੰਤ ਅਚਰਜ ਕੌਤਕ ਕਰਕੇ ਭਾਗ ਲਾਏ। ਫਿਰ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਇੱਥੇ ਲੰਬਾ ਸਮਾਂ ਨਿਵਾਸ ਰੱਖ ਕੇ ਸਿੱਖੀ ਦੀ ਦਾਤ ਬਖਸ਼ੀ। ਤਿੰਨੋਂ ਗੁਰੂ ਸਾਹਿਬਾਨ ਨੇ ਡਰੋਲੀ ਭਾਈ ਨੂੰ ਹੈੱਡਕੁਆਟਰ ਬਣਾ ਕੇ ਜਿਸ ਅਸਥਾਨ ਤੇ ਨਿਵਾਸ ਰੱਖਿਆ, ਉਸ ਪਾਵਨ ਇਤਿਹਾਸਕ ਅਸਥਾਨ ਨੂੰ ਅੱਜ ਕੱਲ੍ਹ ਗੁਰੂ ਕੇ ਮਹਿਲ ਅਟਾਰੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਾਵਨ ਅਸਥਾਨ ਦਾ ਇਤਿਹਾਸਕ ਪਿਛੋਕੜ ਇਹ ਹੈ ਕਿ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰੀਤਵਾਨ ਅਨੰਨ ਸਿੱਖ ਤੇ ਰਿਸ਼ਤੇਦਾਰ ਵਿੱਚੋਂ ਸਾਂਢੂ ਸਾਲੀ ਧੰਨ ਬਾਬਾ ਸਾਈਂ ਦਾਸ ਜੀ ਤੇ ਮਾਤਾ ਰਾਮੋ ਜੀ ਨੇ ਨਵਾਂ ਮਹਿਲ ਬਣਾ ਕੇ ਮਨ ਵਿੱਚ ਪ੍ਰਣ ਧਾਰਨ ਕੀਤਾ ਕਿ ਛਟਮ ਸਤਿਗੁਰੂ ਜੀ ਖੁਦ ਇੱਥੇ ਆ ਕੇ ਇਸ ਮਹਿਲ ਘਰ ਅਟਾਰੀ ਸਾਹਿਬ ਵਿੱਚ ਪਰਿਵਾਰ ਸਮੇਤ ਨਿਵਾਸ ਕਰਨ ਤਾਂ ਗ੍ਰਹਿ ਪ੍ਰਵੇਸ਼ ਕਰਾਂਗੇ। ਅੰਤਰਜਾਮੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਇਹ ਅਰਦਾਸ ਪੁੱਜੀ ਤਾਂ ਗੁਰੂ ਜੀ ਨੇ ਪਹਿਲਾਂ ਮਾਤਾ ਗੰਗਾ ਜੀ ਨੂੰ ਪਰਿਵਾਰ ਸਮੇਤ ਇੱਥੇ ਭੇਜਿਆ, ਫਿਰ ਖੁਦ ਇੱਥੇ ਆ ਕੇ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਇਸ ਸਥਾਨ ਨੂੰ ਨਿਵਾਜਿਆ। ਸਤਿਗੁਰੂ ਜੀ ਦੇ ਇੱਥੇ ਪੁੱਜਣ ਤੇ ਜਦੋਂ ਬਾਬਾ ਸਾਈਂ ਦਾਸ ਜੀ ਨੇ ਨਵੇਂ ਮਹਿਲ ਵਿੱਚ ਉਤਾਰਾ ਕਰਨ ਲਈ ਅਰਦਾਸ ਕੀਤੀ ਤਾਂ ਬੇਨਤੀ ਪ੍ਰਵਾਨ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਸਾਈਂ ਦਾਸ ਜੀ, ਤੁਸੀਂ ਪ੍ਰੀਤ ਦੀ ਡੋਰੀ ਨਾਲ ਸਾਨੂੰ ਖਿੱਚ ਕੇ ਇੱਥੇ ਮੰਗਵਾਇਆ ਹੈ। ਅਸੀਂ ਮਾਲਵਾ ਦੇਸ਼ ਡਰੋਲੀ ਵਿਖੇ ਤੁਹਾਡੀ ਪ੍ਰੀਤ ਨੂੰ ਸੰਭਾਲਣ ਵਾਸਤੇ ਤੁਹਾਡੇ ਨਵੇਂ ਬਣਾਏ ਇਸ ਨਵੇਂ ਘਰ ਵਿੱਚ ਆਏ ਹਾਂ। ਇਸ ਤਰ੍ਹਾਂ ਬਚਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੁੰਦਰ ਸੇਜ ਸਜੇ ਪਲੰਗ ਤੇ ਬਿਰਾਜਮਾਨ ਹੋਏ ਤਾਂ ਸਦਾ ਹੀ ਆਪਣੇ ਆਪ ਨੂੰ ਗੁਰੂ ਕੇ ਦਾਸ ਜਾਣਨ ਵਾਲੇ ਬਾਬਾ ਸਾਈਂ ਦਾਸ ਜੀ ਤੇ ਮਾਤਾ ਰਾਮੋ ਜੀ ਦੇ ਮੂੰਹੋਂ ਆਪ ਮੁਹਾਰੇ ਬੋਲ ਨਿਕਲੇ ਕਿ ਅੱਜ ਅਸੀਂ ਧੰਨ ਹਾਂ ਕਿਉਂਕਿ ਸ੍ਰੀ ਸਤਿਗੁਰੂ ਜੀ ਨੇ ਸਾਨੂੰ ਆਪਣੇ ਜਾਣ ਕੇ ਸਾਡੇ ਘਰ ਖੁਦ ਆ ਕੇ ਮੁਬਾਰਕ ਚਰਨ ਪਾ ਕੇ ਨਿਹਾਲ ਕੀਤਾ ਹੈ। ਇੰਜ ਸਤਿਗੁਰੂ ਜੀ ਵੱਲੋਂ ਉਹਨਾਂ ਦੇ ਬਣਾਏ ਨਵੇਂ ਘਰ ਵਿੱਚ ਨਿਵਾਸ ਕਰਨ ਨਾਲ ਬਾਬਾ ਸਾਈਂ ਦਾਸ ਜੀ ਦਾ ਘਰ ਗੁਰੂ ਘਰ ਬਣ ਗਿਆ ਅਤੇ ਬਾਬਾ ਸਾਈਂ ਦਾਸ ਜੀ ਦੀ ਅਟਾਰੀ ਸਾਹਿਬ ਕੀ ਅਟਾਰੀ ਹੋ ਕੇ ਨਿਬੜੀ। ਬਾਬਾ ਸਾਈਂ ਦਾਸ ਜੀ ਦੇ ਮਹਿਲ ਗੁਰੂ ਕੇ ਮਹਿਲ ਤੇ ਅਟਾਰੀ ਸਾਹਿਬ ਕਰਕੇ ਪੁਕਾਰੇ ਅਤੇ ਸਤਿਕਾਰੇ ਜਾਣ ਲੱਗੇ। ਇਵੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਈ ਵਾਰ ਇੱਥੇ ਆ ਕੇ ਸਾਲਾਂ ਬੱਧੀ ਇਹਨਾਂ ਮਹਿਲਾਂ ਵਿੱਚ ਨਿਵਾਸ ਰੱਖ ਕੇ ਪਰਿਵਾਰ ਸਮੇਤ ਵਸਦੇ ਰਹੇ। 3 ਗੁਰੂ ਸਾਹਿਬਾਨ ਤੋਂ ਇਲਾਵਾ ਇਸ ਸਥਾਨ ਨੂੰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਛਟਮ ਗੁਰੂ ਜੀ ਦੀ 3000 ਘੋੜ ਸਵਾਰ ਯੋਧਿਆਂ ਦੀ ਸੈਨਾ,
ਬਾਬਾ ਜੇਠਾ ਜੀ, ਬਾਬਾ ਪੈੜਾ ਜੀ, ਬਾਬਾ ਪਿਰਾਗਾ ਜੀ, ਬਾਬਾ ਪਿਰਾਣਾ ਜੀ ਤੇ ਬਾਬਾ ਬਿਧੀ ਚੰਦ ਜੀ ਸਮੇਤ ਸਰਬੱਤ ਗੁਰੂ ਪਰਿਵਾਰ ਗੁਰਸਿੱਖਾਂ ਨੇ ਚਰਨ ਛੋਹ ਬਖਸ਼ਿਸ਼ ਕੀਤੀ। ਪਹਿਲੀ ਵਾਰ ਇੱਥੇ ਆ ਕੇ ਨਿਵਾਸ ਕਰਦੇ ਦੌਰਾਨ ਕੱਤਕ ਦੀ ਪੂਰਨਮਾਸ਼ੀ 1670 ਬਿਕਰਮੀ ਨੂੰ ਇਸ ਮਹਿਲ ਵਿਖੇ ਅੱਜ ਕੱਲ੍ਹ ਭੂਰਾ ਸਾਹਿਬ ਅਸਥਾਨ ਤੇ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਦਾ ਜਨਮ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖੋਂ ਹੋਇਆ। ਬਾਬਾ ਸਾਈਂ ਦਾਸ ਜੀ ਵੱਲੋਂ ਉਸ ਵੇਲੇ ਆਪਣੇ ਘਰ ਵਿਖੇ ਗੁਰੂ ਜੀ ਵਾਸਤੇ ਵੱਖਣਾ ਬਣਾਇਆ ਨਵਾਂ ਮਕਾਨ ਗੁਰੂ ਕਾ ਮਹਿਲ ਗੁਰੂ ਕਾ ਨਿਵਾਸ ਸਥਾਨ ਹੀ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨ ਹੈ, ਜੋ ਕਿ ਅੱਜ ਕੱਲ੍ਹ ਗੁਰੂ ਕੇ ਮਹਿਲ ਅਟਾਰੀ ਸਾਹਿਬ ਡਰੋਲੀ ਭਾਈ ਦੇ ਨਾਮ ਨਾਲ ਪ੍ਰਸਿੱਧ ਹੈ, ਜਿੱਥੇ ਉਸ ਵੇਲੇ ਦੇ ਬਣਾਏ ਨਵੇਂ ਮਹਿਲ ਅਟਾਰੀ ਸਾਹਿਬ ਦਾ ਬਹੁਤ ਹਿੱਸਾ ਪੁਰਾਤਨ ਰੂਪ ਵਿੱਚ ਨਿੱਕੀਆਂ ਇੱਟਾਂ ਦੀ ਸੁੰਦਰ ਚਿਣਾਈ ਅਤੇ ਦੀਵਾਰਾਂ ਸਮੇਤ ਸਾਂਭਿਆ ਹੋਇਆ ਹੈ। ਬਾਬਾ ਗੁਰਦਿੱਤਾ ਜੀ ਦੇ ਜਨਮ ਸਥਾਨ ਵੇਲੇ ਕਮਰੇ ਵਿੱਚ ਉਸ ਵੇਲੇ ਦਾ ਚੂਨੇ ਦਾ ਪੱਕਾ ਫਰਸ਼, ਜਿਸ ਉੱਪਰ ਸਤਿਗੁਰੂ ਜੀ ਦੇ ਪਵਿੱਤਰ ਚਰਨ ਲੰਬਾ ਸਮਾਂ ਪਏ, ਅਤੇ ਉਹੀ ਪੁਰਾਤਨ ਕੰਧਾਂ ਜਿਨ੍ਹਾਂ ਨੂੰ ਲੰਬਾ ਸਮਾਂ ਗੁਰੂ ਕੀ ਛੋਹ ਤੇ ਕਿਰਪਾ ਦ੍ਰਿਸ਼ਟੀ ਨਸੀਬ ਹੋਈ, ਇੱਥੇ ਸੰਗਤਾਂ ਵਾਸਤੇ ਦਰਸ਼ਨਾਂ ਲਈ ਮੌਜੂਦ ਹਨ। ਸੰਤ ਬਾਬਾ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੋ ਇਸ ਅਸਥਾਨ 'ਤੇ ਛਾਉਣੀ ਸਾਹਿਬ ਜੋ ਪਹਿਲਾਂ ਦਿਖਾਇਆ ਹੈ ਉਸ ਅਸਥਾਨ ਦੀ ਸੇਵਾ ਕਰ ਰਹੇ ਹਨ, ਉਹਨਾਂ ਵੱਲੋਂ ਇਸ ਅਸਥਾਨ ਨੂੰ ਉਸੇ ਤਰ੍ਹਾਂ ਹੀ ਸਾਂਭਿਆ ਹੋਇਆ ਹੈ ਜਿੱਥੇ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਜਦੋਂ ਇਸ ਅਸਥਾਨ ਦੇ ਅੰਦਰ ਵੜ ਕੇ ਖੱਬੇ ਪਾਸੇ ਜਿਸ ਥਾਂ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਉਸੇ ਜਗ੍ਹਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਅਤੇ ਇਸੇ ਹੀ ਜਗ੍ਹਾ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਹਨ। ਇਹ ਇੱਟਾਂ ਤੇ ਸਾਹਮਣੇ ਤੁਸੀਂ ਅੱਗੇ ਜਾ ਕੇ ਦੇਖੋਗੇ, ਅੱਗੇ ਸ਼ਤੀਰ ਦਾ ਦਰਖਤ ਹੈ, ਉਹ ਲੱਕੜ ਉਸੇ ਟਾਈਮ ਦੀ ਹੀ ਹੈ। ਸਾਰਾ ਕੁਝ ਉੱਦਾਂ ਹੀ ਬਿਨਾਂ ਕਿਸੇ ਛੇੜਛਾੜ ਨਾਲ ਸਾਂਭਿਆ ਹੋਇਆ ਹੈ। ਇਹ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਹੈ। ਇਸੇ ਜਗ੍ਹਾ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਹੈ ਅਤੇ ਇਸੇ ਜਗ੍ਹਾ ਹੀ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਸਨ। ਇਹ ਤੁਸੀਂ ਜੋ ਸ਼ਤੀਰ ਦਾ ਦਰਖਤ ਦੇਖ ਰਹੇ ਹੋ, ਇਹ ਜਿਵੇਂ ਅੱਜ ਕੱਲ੍ਹ ਬਾਲੇ ਪੈਂਦੇ ਨੇ ਤਾਂ ਉਸੇ ਤਰ੍ਹਾਂ ਹੀ ਇਹ ਬਾਲਿਆਂ ਵਾਂਗ ਉਦੋਂ ਵਰਤਿਆ ਜਾਂਦਾ ਸੀ। ਇਹ ਉਸੇ ਟਾਈਮ ਦਾ ਬਹੁਤ ਪੁਰਾਣਾ ਅੱਜ ਵੀ ਜੋ ਬਿਲਡਿੰਗ ਨੂੰ ਸਪੋਰਟ ਦੇਣ ਵਾਸਤੇ ਵਰਤਿਆ ਜਾਂਦਾ ਸੀ ਅਤੇ ਅੱਜ ਵੀ ਇੱਥੇ ਪਿਆ ਹੈ। ਇਹ 2 ਮੰਜ਼ਿਲਾ ਮਕਾਨ ਸੀ। ਇੱਥੇ ਹੀ 2 ਚੁਰਾਂ ਹਨ ਜੋ ਉਸੇ ਟਾਈਮ ਦੀਆਂ ਹਨ, ਜਿਨ੍ਹਾਂ ਨੂੰ ਵੀ ਬਹੁਤ ਧਿਆਨ ਨਾਲ ਸਾਂਭਿਆ ਹੋਇਆ ਹੈ। ਅਤੇ ਇਹ ਗੁਰਦੁਆਰਾ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੇ ਕਮਰੇ ਦੇ ਨਾਲ ਵਾਲੀ ਜਗ੍ਹਾ 'ਤੇ ਹੀ ਹਨ। ਸੇਵਾਦਾਰ ਦੇ ਦੱਸਣ ਮੁਤਾਬਕ ਇਹ 2 ਮੰਜ਼ਿਲ ਦਾ ਮਕਾਨ ਸੀ, ਜਿਸ ਦੀ ਦੀਵਾਰ ਤੁਸੀਂ ਉੱਪਰਲੀ ਮੰਜ਼ਿਲ ਤੱਕ ਹੁਣ ਵੀ ਦੇਖ ਸਕਦੇ ਹੋ, ਅਤੇ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ। ਇਸ ਨਾਲ ਬਿਲਕੁਲ ਕੋਈ ਵੀ ਨਵੇਂ ਤਰੀਕੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਉਸੇ ਤਰ੍ਹਾਂ ਹੀ 2 ਮੰਜ਼ਿਲ ਦਾ ਮਕਾਨ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਬਾਬਾ ਜੀ ਨੇ ਸਾਂਭ ਕੇ ਰੱਖਿਆ ਹੋਇਆ ਹੈ। ਇਸ ਅਸਥਾਨ ਤੋਂ ਇਹ ਮਹਾਰਾਜ ਜੀ ਭਾਈ ਸਾਧੂ ਅਤੇ ਭਾਈ ਰੂਪੇ ਦਾ ਜਲ ਛਕਣ ਗਏ ਸੀ, ਜਿਨ੍ਹਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਇੰਨਾ ਠੰਡਾ ਜਲ ਹੈ ਕਿ ਇਹਨੂੰ ਮਹਾਰਾਜ ਜੀ ਛਕ ਸਕਦੇ ਹਨ। ਇੱਥੋਂ ਹੀ ਮਹਾਰਾਜ ਜੀ ਨੇ ਬਿਧੀ ਚੰਦ ਜੀ ਦੀ ਰੱਖਿਆ ਕੀਤੀ ਅਤੇ ਉਹਨਾਂ 'ਤੇ ਇੱਥੋਂ ਹੀ ਬੈਠ ਕੇ ਮਹਾਰਾਜ ਜੀ ਠੰਡੇ ਪਾਣੀ ਦੀਆਂ ਗਾਗਰਾਂ ਪਵਾਉਂਦੇ ਰਹੇ। ਇਹ ਉਹੀ ਦੁਸ਼ਾਲੇ ਸਨ ਜੋ ਸਿੱਖ ਮਹਾਰਾਜ ਦੀ ਸੇਵਾ ਵਾਸਤੇ ਲੈ ਕੇ ਆਏ ਸਨ, ਪਰ ਬਾਦਸ਼ਾਹ ਜੋ ਮੌਕੇ ਦਾ ਸੀ ਉਹਨੇ ਖੋਲ੍ਹੇ ਸਨ। ਤਾਂ ਇਸੇ ਨੂੰ ਇਹ ਮਹਾਰਾਜ ਜੀ ਨੇ ਬਿਧੀ ਚੰਦ ਜੀ ਨੂੰ ਇਹਨਾਂ ਨੂੰ ਦੁਸ਼ਾਲੇ ਲਿਆਉਣ ਵਾਸਤੇ ਭੇਜਿਆ ਸੀ, ਅਤੇ ਉਹੀ ਦੁਸ਼ਾਲੇ ਲੈ ਕੇ ਜਦੋਂ ਬਿਧੀ ਚੰਦ ਜੀ ਭੱਠ ਵਿੱਚ ਬੈਠ ਗਏ ਸਨ ਤਾਂ ਮਹਾਰਾਜ ਜੀ ਨੇ ਗਾਗਰਾਂ ਨਾਲ ਪਾਣੀ ਪਾ ਕੇ ਉਹਨਾਂ ਨੂੰ ਬਚਾਇਆ ਸੀ। ਨਿਵਾਸ ਸਥਾਨ ਸਾਈਂ ਦਾਸ ਅਤੇ ਮਾਤਾ ਰਾਮੋ ਜੀ ਨੇ ਇਹ ਸਥਾਨ 'ਤੇ ਮਹਾਰਾਜ ਜੀ ਨੇ ਆਪਣੇ ਮਹਿਲਾਂ ਸਮੇਤ ਚਰਨ ਪਾਏ ਸੀ ਅਤੇ ਅਨੇਕ ਬਖਸ਼ਿਸ਼ਾਂ ਕੀਤੀਆਂ ਸੀ। ਇਸੇ ਸਥਾਨ 'ਤੇ ਮਹਾਰਾਜ ਜੀ ਦੇ ਦਸਤਾਰ, ਚੋਲਾ, ਕਛਹਿਰਾ, ਸਿਮਰਨ, ਝਾਵਾਂ ਅਤੇ ਖੜਾਵਾਂ ਨੇ। ਬਰਤਨਾਂ ਗਰਥਾਲ, ਤਬਲ, ਸਾਜ਼, ਗਾਗਰ, ਪ੍ਰਾਣੀ, ਲੋਹ ਅਤੇ ਮਾਤਾ ਦਮੋਦਰੀ ਜੀ ਦਾ ਸਲਾਰਾ ਅਤੇ ਸੰਦੂਖ ਵੀ ਹਨ। ਇੱਥੇ 10ਵੇਂ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਸੁਨਹਿਰੀ ਅੱਖਰਾਂ ਦੀ ਪੁਰਾਤਨ ਹੱਥ ਲਿਖਤ ਬੀੜ ਵੀ ਸੰਗਤਾਂ ਵਾਸਤੇ ਸ਼ੁਰੂ ਕੀਤਾ। ਆਓ ਇਹਨਾਂ ਦੇ ਦਰਸ਼ਨ ਕਰਦੇ ਹਾਂ। ਇਹ ਮੇਨ ਗੁਰਦੁਆਰਾ ਸਾਹਿਬ ਅਟਾਰੀ ਸਾਹਿਬ ਗੁਰੂ ਕੇ ਮਹਿਲ ਨੇ, ਇਹਨਾਂ ਦੇ ਨਾਲ ਹੀ ਬਿਲਡਿੰਗ ਬਣੀ ਹੋਈ ਹੈ। ਵਾਚਕ ਦਾ ਕੇ ਬੋਲ
ਸੰਦੂਕ ਮਾਤਾ ਰਾਮੋ ਜੀ ਦਾ ਹੈ। ਇਹ ਗੁਰੂ ਕੇ ਮਹਿਲ ਅਟਾਰੀ ਸਾਹਿਬ ਜੀ ਦਾ ਲੰਗਰ ਸਥਾਨ ਹੈ, ਗੁਰੂ ਕਾ ਲੰਗਰ ਹੈ। ਸੰਤ ਬਾਬਾ ਗੁਰਨਾਮ ਸਿੰਘ ਜੀ ਇੱਥੇ ਸੇਵਾ ਕਰਦੇ ਨੇ। ਪਿੰਡ ਤੋਂ ਬਾਹਰ ਦੋ ਗੁਰਦੁਆਰਾ ਸਾਹਿਬ ਹਨ। ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਅੰਗੀਠਾ ਸਾਹਿਬ ਹੈ। ਇੱਥੇ ਮਹਾਰਾਜ ਜੀ ਦੇ ਸਹੁਰੇ ਘਰ ਚੋਂ 5 ਜੀ ਜੋ ਸਵਰਗ ਸਿਧਾਰ ਗਏ ਸਨ, ਉਹਨਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ। ਮਾਤਾ ਜੀ ਦਾ ਵੀ ਇੱਥੇ ਅੰਗੀਠਾ ਸਾਹਿਬ ਹੈ। ਅਤੇ ਇਹ ਤੋਂ ਨਾਲੇ ਇੱਕ ਗੁਰਦੁਆਰਾ ਪਾਤਸ਼ਾਹੀ 10ਵੀਂ ਹੈ। ਇਹ ਗੁਰਦੁਆਰਾ ਅੰਗੀਠਾ ਸਾਹਿਬ ਹੈ। ਮੈਂ ਤੁਹਾਨੂੰ ਦੱਸਦਾ ਸੁੱਕੇ ਅੰਬਰ ਦੀ ਗੱਲ ਤੇ ਹੋਣ ਦੀ। ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਮਾਤਾ ਦਮੋਦਰੀ ਜੀ, ਮਾਤਾ ਰਾਮੋ ਜੀ, ਬਾਬਾ ਸਾਈਂ ਦਾਸ ਜੀ ਅਤੇ ਬਾਬਾ ਸਾਈਂ ਦਾਸ ਜੀ ਦੇ ਸੱਸ ਸਹੁਰਾ, ਇਹਨਾਂ ਦਾ ਅੰਗੀਠਾ ਸਾਹਿਬ ਹੈ। ਇਹ 3 ਦਿਨਾਂ ਦੇ ਅੰਦਰ ਹੀ ਸੱਚਖੰਡ ਨਿਵਾਸ ਕਰ ਗਏ ਸਨ। ਇਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿੱਚੋਂ ਸੱਚਖੰਡ ਬਿਰਾਜ ਗਏ ਸਨ। ਇਹ ਉਹ ਪਵਿੱਤਰ ਅੰਗੀਠਾ ਸਾਹਿਬ ਹੈ, ਭੋਰਾ ਸਾਹਿਬ ਵੀ ਕਹਿੰਦੇ ਨੇ, ਜਿੱਥੇ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਨੂੰ ਅਗਨੀ ਦਿਖਾ ਕੇ ਸੰਸਕਾਰ ਕੀਤਾ। ਇਹ ਵੀ ਪਿੰਡ ਦੇ ਬਾਹਰ ਗੁਰਦੁਆਰਾ, ਪਹਿਲਾਂ ਇਹ ਗੁਰਦੁਆਰਾ ਆਉਂਦਾ ਹੈ, ਫਿਰ ਅੰਗੀਠਾ ਸਾਹਿਬ ਆਉਂਦਾ ਹੈ। ਇੱਥੇ 6ਵੇਂ ਪਾਤਸ਼ਾਹ ਜੀ ਦਾ ਇੱਕ ਬਰਤਨ ਹੈ ਅਤੇ 1-2 ਚੀਜ਼ਾਂ ਹੋਰ ਜੋ ਮਹਾਰਾਜ ਜੀ ਦੇ ਟਾਈਮ ਦੀਆਂ ਸਨ, ਉਹ ਵੀ ਇੱਥੇ ਰੱਖੀਆਂ ਹਨ। ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਹ ਖੂਹ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ 1702 ਈਸਵੀ ਵਿੱਚ ਮਾਤਾ ਦਮੋਦਰੀ ਜੀ ਦੀ ਯਾਦ ਵਿੱਚ ਲਗਵਾਇਆ ਸੀ। ਇਸ ਖੂਹ ਦੇ ਸਾਹਮਣੇ ਇੱਕ ਪੁਰਾਤਨ ਡਿਓਢੀ ਹੈ, ਜਿਸ ਵਿੱਚ ਸੰਗਤ ਵੱਲੋਂ ਪੁਰਾਣੇ ਇਤਿਹਾਸ ਨੂੰ ਸਾਂਭਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ 6ਵੇਂ ਪਾਤਸ਼ਾਹ ਜੀ ਪਿੰਡ ਡਰੋਲੀ ਭਾਈ ਵਿਖੇ ਆ ਰਹੇ ਹਨ, ਤਾਂ ਕਿਵੇਂ ਸਿੱਖ ਸੰਗਤਾਂ ਨਮਸਕਾਰ ਕਰਦੀਆਂ ਹਨ ਅਤੇ ਮਹਾਰਾਜ ਜੀ ਨੂੰ ਉਹਨਾਂ ਦਾ ਧੰਨਵਾਦ ਕਰਦੀਆਂ ਹਨ ਚਰਨ ਪਾਉਣ ਵਾਸਤੇ। ਅਤੇ ਹੁਣ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਚਰਨ ਪਾ ਰਹੇ ਹਨ ਡਰੋਲੀ ਭਾਈ ਵਿਖੇ। ਅੱਗੇ ਭਾਈ ਸਾਈਂ ਦਾਸ ਜੀ ਅਤੇ ਮਾਤਾ ਰਾਮੋ ਜੀ ਖੜ੍ਹੇ ਹਨ। ਅਤੇ ਇਸ ਦੇ ਅੰਦਰ ਹੀ ਹੋਰ ਸਿੱਖਾਂ ਦੀਆਂ ਫੋਟੋਆਂ ਅਤੇ ਡਰਾਇੰਗਸ ਨੇ, ਜਿਵੇਂ ਬਾਬਾ ਬਿਧੀ ਚੰਦ ਜੀ, ਭਾਈ ਸਾਧੂ ਅਤੇ ਭਾਈ ਰੂਪਾ। ਇਹ ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ, ਇਹ ਉਦੋਂ ਦੀ ਫੋਟੋ ਹੈ ਜਿੱਥੇ ਆਪਾਂ ਪਹਿਲਾਂ ਦਰਬਾਰ ਸਾਹਿਬ ਅੰਦਰ ਦੇਖ ਕੇ ਆਏ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ। ਇੱਥੇ ਬਾਬਾ ਸੂਰਤੀ ਜੀ ਦੇ ਪਿਤਾ ਸਾਧੂ ਜੀ ਨੂੰ ਮਹਾਰਾਜ ਗੰਗਾ ਅਤੇ ਸਿੱਖੀ ਬਖਸ਼ਿਸ਼ ਕਰਦੇ ਹਨ। ਇਹ ਭਾਈ ਸਾਧੂ ਅਤੇ ਭਾਈ ਰੂਪਾ ਦਾ ਜਲ ਛਕਦੇ ਹਨ। ਇੱਥੇ ਜਦੋਂ ਬਿਧੀ ਚੰਦ ਜੀ ਅਤੇ ਮਹਾਰਾਜ ਜੀ ਗਾਗਰਾਂ ਨਾਲ ਪਾਣੀ ਪਵਾ ਰਹੇ ਸਨ, ਕਿਉਂਕਿ ਉਹ ਦੁਸ਼ਾਲੇ ਲੈਣ ਗਏ ਸੀ ਬਾਬਾ ਬਿਧੀ ਚੰਦ ਜੀ, ਅਤੇ ਉਹ ਜਿਹੜੇ ਦੁਸ਼ਮਣ ਸੀ ਪਿੱਛੇ ਆ ਗਏ ਸੀ ਅਤੇ ਬਿਧੀ ਚੰਦ ਜੀ ਭੱਟ ਵਿੱਚ ਲੁਕ ਗਏ ਸਨ।
ਅਤੇ ਬਿਧੀ ਚੰਦ ਜੀ ਤਲਵਾਰ ਦਿਖਾ ਕੇ ਉਹ ਦੁਸ਼ਾਲੇ ਜੋ ਕਾਬਲੀ ਸਿੱਖਾਂ ਵੱਲੋਂ ਲਿਆਂਦੇ ਸਨ ਉਹ ਲੈ ਕੇ ਜਾ ਰਹੇ ਸਨ। ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ 1709 ਈਸਵੀ ਬਿਕਰਮੀ ਨੂੰ ਚਰਨ ਪਾਏ ਸਨ। ਤਾਂ ਇਹ ਸਾਰਾ ਇਤਿਹਾਸ ਡਰੋਲੀ ਭਾਈ ਵਿਖੇ ਮੌਜੂਦ ਹੈ। ਇਸ ਤੋਂ ਬਿਨਾਂ ਮੇਨ ਦਰਬਾਰ ਸਾਹਿਬ ਅੰਦਰ ਹੋਰ ਵੀ ਇਤਿਹਾਸਕ ਵਸਤੂਆਂ ਪਈਆਂ ਹਨ, ਜਿਹਦੇ ਵਿੱਚ ਕੁਛ ਬਰਤਨ ਨੇ, ਉਹ ਅੱਗੇ ਦਿਖਣਗੇ ਤੁਹਾਨੂੰ। ਅਤੇ ਕਾਫੀ ਇਹ ਇਤਿਹਾਸਕ ਪਿੰਡ ਹੈ ਅਤੇ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਇੱਥੇ ਪਈਆਂ ਹਨ। ਸੰਤ ਬਾਬਾ ਗੁਰੂ ਨਾਨਕ ਸਿੰਘ ਜੀ ਇੱਥੇ ਸੇਵਾ ਕਰਵਾ ਰਹੇ ਹਨ। ਛਾਉਣੀ ਸਾਹਿਬ ਜੋ ਸਭ ਤੋਂ ਪਹਿਲਾਂ ਦਿਖਾਇਆ ਹੈ, ਉਹਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ। ਅਤੇ ਹੋਰ ਵੀ ਉੱਥੇ ਜੋ ਢਾਬ ਸਾਹਿਬ ਹੈ, ਬੇਰੀ ਸਾਹਿਬ ਹੈ, ਉਹ ਸਾਰਿਆਂ ਨੂੰ ਸਾਂਭਣ ਦਾ ਮਹਾਰਾਜ ਜੀ ਵੱਲੋਂ ਯਤਨ ਕੀਤਾ ਜਾ ਰਿਹਾ ਹੈ। ਇਲਾਕੇ ਦੀਆਂ ਸੰਗਤਾਂ ਇੱਥੇ ਰੋਜ਼ ਸੇਵਾ ਕਰਨ ਆਉਂਦੀਆਂ ਹਨ ਅਤੇ ਕਾਫੀ ਉਤਸ਼ਾਹ ਨਾਲ ਸੇਵਾ ਕਰਦੀਆਂ ਹਨ। ਡਰੋਲੀ ਭਾਈ ਵਿਖੇ ਮੈਂ 2 ਦਿਨ ਰਿਹਾ ਅਤੇ ਇਸ ਤੋਂ ਅੱਗੇ ਡਰੋਲੀ ਭਾਈ ਤੋਂ ਸੁਲਤਾਨਪੁਰ ਲੋਧੀ ਜਾਊਂਗਾ। ਇਸ ਤੋਂ ਬਿਨਾਂ ਕੁਛ ਟੁੱਟੇ ਹੋਏ ਬਰਤਨ ਨੇ ਅਤੇ ਇੱਕ ਘੋੜੇ ਦੀ ਰਕਾਬ ਹੈ ਜੋ ਮੇਨ ਗੁਰਦੁਆਰਾ ਸਾਹਿਬ ਅੰਦਰ ਹਜੇ ਵੀ ਪਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।